ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਖਤ ਛਤਰ ਚਵਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ। ਵਾਲੀਏ ਕੁਲ ਆਲਮ, ਦੋ ਜਹਾਂ ਮਾਲਕ, ਗੱਦੀ ਤੇ ਬਿਰਾਜਮਾਨ, ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਆਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਆਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਗੁਰੂ ਨਾਨਕ ਦੀ ਚੌਥੀ ਜੋਤ ਚੌਥਾ ਜਾਮਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ। ਜੈਤਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 696 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਪਾਵਨ ਉਪਦੇਸ਼ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰਚਿਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹਲਾ ਚੌਥਾ, ਘਰ ਪਹਿਲਾ ਚੌਪਦੇ। ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਰਾਗ ਜੈਤਸਰੀ ਦੇ ਅੰਦਰ ਪਹਿਲੇ ਘਰ ਦੇ ਵਿੱਚ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਦੇ ਵਾਸਤੇ ਚੌਪਦੇ ਭਾਵ ਚਾਰ ਬੰਦਾਂ ਵਾਲੀ ਬਾਣੀ ਦਾ ਉਚਾਰਨ ਕਰਦੇ ਨੇ। ਧੁਰ ਕੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ ਭਾਵ ਅੱਜ ਦੇ ਪਾਵਨ ਹੁਕਮ ਦੇ ਉਪਦੇਸ਼ ਦੇ ਚਾਰ ਬੰਦ ਨੇ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ, ਪਹਿਲੇ ਬੰਦ ਦੀ ਆਰੰਭਤਾ ਤੋਂ ਪਹਿਲਾਂ ਮੇਰੇ ਪਾਤਸ਼ਾਹ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਾਰਨ ਕਰ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਅਕਾਲ ਪੁਰਖ ਇੱਕ ਹੈ।
ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਮੇਰਾ ਹੀਅਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਮੇਰੇ ਹੀਅਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਹੀਅਰ ਕਹਿੰਦੇ ਨੇ ਹਿਰਦੇ ਦੇ ਵਿੱਚ। ਗੁਰ ਗੁਰੂ ਨੇ ਮੇਰੇ ਮਾਥਾ, ਮੇਰੇ ਮੱਥੇ ਦੇ ਉੱਤੇ ਹੈ ਭਾਈ। ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ। ਹੁਣ ਇੱਥੇ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਹਿਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਗੁਰੂ ਨੇ ਮੇਰੇ ਸਿਰ ਦੇ ਉੱਤੇ ਆਪਣਾ ਹੱਥ ਰੱਖਿਆ, ਮਿਹਰ ਭਰਿਆ ਹੱਥ ਰੱਖਿਆ, ਭਾਵ ਮੇਰੇ ਉੱਤੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਤਾਂ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ। ਰਤਨ ਸਾਧ ਸੰਗਤ ਜੀ ਇੱਕ ਵਡਮੁੱਲੀ ਵਸਤ ਹੈ, ਹੀਰਾ ਜਿਸ ਨੂੰ ਕਹਿੰਦੇ ਨੇ। ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਜਿਸ ਨੂੰ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਦਾ ਹੈ, ਉਹੀ ਇਸ ਨਾਮ ਰਤਨ ਨੂੰ ਪਾਉਂਦਾ ਹੈ। ਨਾਮ ਕੀ ਆ, ਰਤਨ ਕੀ ਆ ਸਾਧ ਸੰਗਤ ਜੀ? ਵਡਮੁੱਲੀ ਚੀਜ਼ ਆ ਨਾਮ ਰਤਨ। ਅੱਜ ਦੇ ਪਾਵਨ ਉਪਦੇਸ਼ ਦੀ ਪਹਿਲੀ ਪੰਕਤੀ ਦੇ ਅੰਦਰ ਪਾਤਸ਼ਾਹ ਕਹਿ ਰਹੇ ਨੇ ਕਿ ਮੇਰੇ ਹੀਅਰ ਰਤਨ ਨਾਮ ਹਰ ਬਸਿਆ। ਮੇਰੇ ਹਿਰਦੇ ਦੇ ਵਿੱਚ ਆ ਕੇ ਹਰੀ ਦਾ ਨਾਮ ਰੂਪ ਰਤਨ ਜਿਹੜਾ ਉਹ ਵਸ ਗਿਆ। ਗੁਰ ਹਾਥ ਧਰਿਓ ਮੇਰੇ ਮਾਥਾ, ਭਾਵ ਗੁਰੂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਇਸ ਦੇ ਵਿੱਚ ਮੇਰੀ ਕੋਈ ਵਡਿਆਈ ਨਹੀਂ, ਮੇਰੀ ਕੋਈ ਸ਼ੇਖੀ ਨਹੀਂ। ਸਾਧ ਸੰਗਤ ਜੀ, ਮੇਰੇ ਵਰਗਾ ਇੱਕ ਦਿਨ ਅੰਮ੍ਰਿਤ ਵੇਲੇ ਉੱਠ ਪਵੇ ਨਾ, ਭੁੱਲ ਭੁਲੇਖੇ ਕਿਤੇ ਵੀ ਅਚਾਨਕ ਹੀ ਅੱਖ ਉੱਖ ਖੁੱਲ੍ਹ ਜਾਵੇ ਜਾਂ ਕੋਈ ਐਮਰਜੈਂਸੀ ਕੰਮ ਹੋਵੇ, ਉੱਠ ਪਵੇ ਤੇ ਫਿਰ ਇਸ਼ਨਾਨ ਕਰਕੇ ਨਿਤਨੇਮ ਕਰ ਲਵੇ ਸੀ, ਚਾਹੇ ਮਹੀਨੇ 'ਚ ਚਾਹੇ 6 ਮਹੀਨਿਆਂ 'ਚੋਂ ਇੱਕ ਦਿਨ ਹੋਵੇ। ਬਸ ਫਿਰ ਮੈਂ ਅੱਜ ਅੰਮ੍ਰਿਤ ਵੇਲੇ ਉੱਠਿਆ, ਮੈਂ ਅੱਜ ਇਸ਼ਨਾਨ ਕੀਤਾ, ਮੈਂ ਅੱਜ ਨਿਤਨੇਮ ਕੀਤਾ, ਮੈਂ ਸਾਧ ਸੰਗਤ ਜੀ, ਇਹ ਵਡਿਆਈ ਨਹੀਂ। ਪਾਤਸ਼ਾਹ ਕਹਿ ਰਹੇ ਨੇ ਇਹ ਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ, ਭਾਵ ਇਹ ਤੂੰ ਨਹੀਂ ਉੱਠਿਆ ਪਿਆਰਿਆ, ਤੇਰੇ ਤੇ ਗੁਰੂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਆ ਤਾਂ ਉੱਠਿਆ। ਸਾਧ ਸੰਗਤ ਜੀ, ਆਪ ਵੱਡੇ ਭਾਗਾਂ ਵਾਲੇ ਹੋ, ਗੁਰੂ ਦੀ ਗੋਦ ਦਾ ਨਿੱਘ ਮੰਨ ਰਹੇ ਹੋ, ਗੁਰੂ ਦੇ ਸਨਮੁਖ ਬੈਠੇ ਹੋ, ਪ੍ਰਤੱਖ ਦਰਸ਼ਨ ਕਰ ਰਹੇ ਹੋ। ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਇਸ ਤੋਂ ਵੀ ਕਈ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਅੰਮ੍ਰਿਤ ਵੇਲੇ ਦਰਸ਼ਨ ਕਰ ਗਈਆਂ ਨੇ, ਕਈ ਅੰਮ੍ਰਿਤ ਵੇਲੇ ਸੇਵਾ ਕਰਕੇ ਨੇ, ਜਿਨ੍ਹਾਂ ਨੇ ਨਿਤਨੇਮ ਹੀ ਬਣਾਇਆ ਹੋਇਆ ਵੀ ਭਾਈ ਬਿਲਕੁਲ ਪਹਿਲੇ ਪੈਰ ਦੇ ਤੜਕੇ ਉੱਠ ਪੈਣਾ ਹੈ, ਇਸ਼ਨਾਨ ਕਰ ਲੈਣਾ ਹੈ, ਨਿਤਨੇਮ ਕਰਕੇ ਗੁਰੂ ਘਰ ਸੇਵਾ ਕਰਕੇ ਉਸ ਤੋਂ ਬਾਅਦ ਆਪਣਾ ਦਿਨ ਦਾ ਕੰਮ ਦੀ ਸ਼ੁਰੂਆਤ ਕਰਨੀ ਹੈ। ਤੇ ਕਈ ਸਾਧ ਸੰਗਤ ਜੀ ਮੇਰੇ ਵਰਗੇ ਵੀ ਨੇ ਜਿਹੜੇ ਰਜਾਈ 'ਚੋਂ ਫਿਰ ਨਿਕਲਦੇ ਨੇ, ਪਹਿਲੋਂ ਚਾਹ ਪੀਂਦੇ ਨੇ। ਨਿਤਨੇਮ ਤੱਕ ਕੀ ਕਰਨਾ, ਉਹਨਾਂ ਨੂੰ ਦੂਜੇ ਦਿਨ ਦੇ ਸ਼ਾਮ ਤੱਕ ਵੀ ਯਾਦ ਨਹੀਂ ਹੁੰਦਾ ਵੀ ਭਾਈ ਕੱਲ੍ਹ ਇਸ਼ਨਾਨ ਕੀਤਾ ਸੀ ਕਿ ਨਹੀਂ ਕੀਤਾ ਸੀ। ਉਸੇ ਤਰ੍ਹਾਂ ਹੀ ਤੁਰੇ ਫਿਰਦੇ ਨੇ। ਰਹੋ ਵਿਚਾਰ ਆਪਾਂ ਉਸ ਪਾਸੇ ਵੱਲ ਨਾ ਜਾਈਏ। ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਤੋਂ ਬਗੈਰ ਨਾਮ ਦੀ ਦਾਤ ਨਹੀਂ ਮਿਲਦੀ, ਨਿਤਨੇਮ ਦੀ ਦਾਤ ਨਹੀਂ ਮਿਲਦੀ, ਭਜਨ ਬੰਦਗੀ ਸਿਫਤ ਸਲਾਹ ਦੀ ਦਾਤ ਨਹੀਂ ਮਿਲਦੀ।
ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ। ਜਿਸ ਦੇ ਉੱਪਰ ਕਿਰਪਾ ਰਹਿਮਤ ਬਖਸ਼ਿਸ਼ ਕਰਦਾ ਹੈ ਉਸ ਨੂੰ ਨਾਮ ਦੀ ਰਤਨ ਵਡਮੁੱਲੀ ਦਾਤ ਪ੍ਰਾਪਤ ਹੁੰਦੀ ਹੈ। ਜਿਨ ਕੀਤਾ ਮਾਟੀ ਤੇ ਰਤਨ ਭਾਵ ਇਹ ਸਰੀਰ ਨੂੰ, ਮਿੱਟੀ ਦੇ ਸਰੀਰ ਨੂੰ ਰਤਨ ਦੇ ਵਿੱਚ ਕਨਵਰਟ ਕਰ ਦਿੱਤਾ, ਬਦਲ ਦਿੱਤਾ ਨਾਮ ਦੀ ਤਾਕਤ ਦੇ ਨਾਲ। ਤਿਸ ਹੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ। ਜਿਹਦੇ ਮੱਥੇ ਦੇ ਉੱਤੇ ਵੱਡੇ ਭਾਗ ਹੋਣ ਉਸੇ ਨੂੰ ਹੀ ਸਾਧ ਸੰਗਤ ਜੀ ਇਹ ਨਾਮ ਦੀ ਦਾਤ ਰਤਨ ਆ, ਜਿਹੜਾ ਨਾਮ ਦਾ ਰਤਨ ਵਡਮੁੱਲਾ ਹੀ ਆਏ ਉਹ ਮਿਲਦਾ ਹੈ ਜਦੋਂ ਕਿਰਪਾ ਰਹਿਮਤ ਕਰਨ ਪਾਤਸ਼ਾਹ ਵਾਹਿਗੁਰੂ। ਰਹੋ ਵਿਚਾਰ ਅਗਲੀ ਪੰਕਤੀ ਦੇ ਨਾਲ ਆਪਾਂ ਜੁੜੀਏ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀ ਓਰ ਨ ਲਾਥਾ। ਜਨਮ ਜਨਮ ਕੇ ਕਿਲ ਬਿਖ ਉਤਰੇ ਗੁਰ ਨਾਮ ਦੀ ਓਰ ਨ ਲਾਥਾ। ਸਾਧ ਸੰਗਤ ਜੀ ਇਸ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਜਨਮ ਜਨਮ ਕੇ ਕਿਲ ਬਿਖ ਕਹਿੰਦੇ ਨੇ ਪਾਪ ਨੂੰ, ਰਿਨ ਕਰਜ਼ਾ ਵਿਕਾਰਾਂ ਦਾ ਭਾਰ। ਹੇ ਭਾਈ, ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪਾਂ ਦੇ ਦੁੱਖ ਆ ਜਿਹੜੇ ਦੂਰ ਹੋ ਗਏ। ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ। ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ। ਸਾਧ ਸੰਗਤ ਜੀ ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਦਿੱਤੀ ਤੇ ਉਸ ਦੇ ਅਨੇਕਾਂ ਜਨਮਾਂ ਜਮਾਂਤਰਾਂ ਦੇ ਪਾਪ ਆ ਜਿਹੜੇ ਉਹ ਦੂਰ ਹੋ ਗਏ। ਪਾਪ ਦੂਰ ਹੋ ਗਏ ਸਾਧ ਸੰਗਤ ਜੀ। ਕਿਉਂ? ਕਿਉਂਕਿ ਗੁਰੂ ਨੇ ਕਿਰਪਾ ਰਹਿਮਤ ਬਖਸ਼ਿਸ਼ ਕਰ ਦਿੱਤੀ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਸਭ ਸਾਰੇ ਅਰਥਾ ਪਦਾਰਥ ਹੈ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਹੀ ਸਾਰੇ ਪਦਾਰਥ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਿਨ ਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਕਿਉਂਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਭੰਡਾਰੇ ਸਾਧ ਸੰਗਤ ਜੀ ਅਣਗਿਣਤ ਭਰੇ ਪਏ ਨੇ ਜਿਨ੍ਹਾਂ ਦੀ ਗਿਣਤੀ ਨਹੀਂ। ਇਸ ਕਰਕੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਹੈ ਮੇਰੇ ਮਨ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਹੀ ਸਾਰੇ ਪਦਾਰਥ ਦੇਣ ਵਾਲਾ ਹੈ। ਗੁਰ ਪੂਰੈ ਹਰ ਨਾਮ ਧਿਰੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ। ਗੁਰ ਪੂਰੈ ਹਰ ਨਾਮ ਧਿਰੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ। ਇਸ ਰਹਾਉ ਵਾਲੇ ਬੰਦ ਦੇ ਅੰਦਰ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਗੁਰ ਪੂਰੈ ਹਰ ਨਾਮ ਧਿਰੜਾਇਆ। ਧਿਰੜਾਇਆ ਤੋਂ ਭਾਵ ਪੱਕਾ ਕਰ ਦਿੱਤਾ। ਬਿਨ ਨਾਵੈ ਜੀਵਨ ਬਿਰਥਾ। ਬਿਰਥਾ ਕਹਿੰਦੇ ਨੇ ਵਿਅਰਥ ਨੂੰ। ਹੁਣ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਮਾੜੀ ਜੀ ਅੰਦਰ ਹਿਰਦੇ ਘਰ ਦੇ ਵਿੱਚ ਵੀ ਝਾਤ ਮਾਰ ਲਿਓ। ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਹੈ ਮਨ ਗੁਰੂ ਦੀ ਸ਼ਰਨ ਪਿਆ ਰਹੋ। ਮਨ ਨੂੰ ਸੰਬੋਧਨ ਕਰਕੇ ਕਿ ਮੇਰੇ ਪਾਤਸ਼ਾਹ ਦਾ ਹੁਕਮ ਹੈ ਕਿ ਹੈ ਮਨ ਗੁਰੂ ਦੀ ਸ਼ਰਨ ਪਿਆ ਰਹੋ। ਗੁਰੂ ਦੇ ਲੜ ਲੱਗਾ ਰਹਿ। ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ। ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ। ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਸਾਧ ਸੰਗਤ ਜੀ ਇੱਥੇ ਪਾਤਸ਼ਾਹ ਰਹਾਉ ਭਾਵ
ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਆਪਾਂ ਵੀ ਹਿਰਦੇ ਘਰ ਦੇ ਵਿੱਚ ਝਾਤ ਮਾਰ ਕੇ ਵੇਖੀਏ ਵੀ ਆਪਾਂ ਕਿੰਨਾ ਕੁ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਦੇ ਹਾਂ, ਉਸ ਪਰਮਾਤਮਾ ਦੀ ਭਜਨ ਬੰਦਗੀ ਸਿਫਤ ਸਲਾਹ ਕਰਦੇ ਹਾਂ। ਸਾਧ ਸੰਗਤ ਜੀ, ਕਿਤੇ ਸਾਡਾ ਜੀਵਨ ਵੀ ਤਾਂ ਨਹੀਂ ਵਿਅਰਥ ਜਾ ਰਿਹਾ, ਕਿਉਂਕਿ ਮੇਰੇ ਪਾਤਸ਼ਾਹ ਦਾ ਉਪਦੇਸ਼ ਹੈ, ਹੁਕਮ ਹੈ। ਮੇਰੇ ਪਾਤਸ਼ਾਹ ਨੇ ਸਾਨੂੰ ਨਾਮ ਦਰੜਾਇਆ ਹੈ, ਗੁਰ ਪੂਰੈ ਹਰ ਨਾਮ ਦਰੜਾਇਆ, ਬਿਨ ਨਾਵੈ ਜੀਵਨ ਬਿਰਥਾ ਰਹਾਉ। ਪਾਤਸ਼ਾਹ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਗੁਰੂ ਦੀ ਸ਼ਰਨ ਪਿਆਰ ਰਹੋ। ਕਿਹੜੇ ਗੁਰੂ ਦੀ ਸ਼ਰਨ ਪੈਣਾ ਹੈ ਸਾਧ ਸੰਗਤ ਜੀ? ਕਿਸੇ ਦੁਨਿਆਵੀ ਗੁਰੂ ਦੀ ਸ਼ਰਨ ਨਹੀਂ ਪੈਣਾ, ਦੇਹਧਾਰੀ ਗੁਰੂ ਦੀ ਸ਼ਰਨ ਨਹੀਂ ਪੈਣਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗਣਾ ਹੈ, ਸ਼ਬਦ ਗੁਰੂ ਦੀ ਸ਼ਰਨ ਪੈਣਾ ਹੈ, ਤੇ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਪੱਕਾ ਕੀਤਾ ਹੈ। ਭਾਵ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਹਿਰਦੇ ਦੇ ਵਿੱਚ ਪੱਕੀ ਕੀਤੀ ਹੈ। ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਵਿਅਰਥ ਫਜ਼ੂਲ ਅਜਾਈ ਚਲੀ ਜਾਂਦੀ ਹੈ। ਬਿਨ ਸ਼ਬਦੈ ਫਿਰ ਨਾ ਪਾਈਐ, ਬਿਰਥਾ ਜਨਮ ਗਵਾਏ। ਗੁਰ ਪੂਰੈ ਕੀ ਚਾਕਰੀ, ਬਿਰਥਾ ਜਾਏ ਨਾ ਕੋਏ। ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਏ ਨਾ ਜਾਏ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਜਿਹੜੀ ਉਹ ਕਰਨੀ ਚਾਹੀਦੀ ਹੈ, ਤਾਂ ਜੋ ਪਰਮਾਤਮਾ ਨੇ ਹਿਰਦੇ ਦੇ ਵਿੱਚ ਜਿਹੜਾ ਨਾਮ ਪੱਕਾ ਕੀਤਾ ਹੈ। ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਇੱਥੇ ਪਾਤਸ਼ਾਹ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਮੂੜ ਕਹਿੰਦੇ ਨੇ ਮੂਰਖ ਨੂੰ। ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਤੇ ਉਹ ਹੈ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਨ। ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਨੇ। ਉਹ ਸਦਾ ਮਾਇਆ ਦੇ ਮੂਹ ਵਿੱਚ ਫਸੇ ਰਹਿੰਦੇ ਨੇ। ਤਿੰਨ ਸਾਧੂ ਚਰਨ ਨਾ ਸੇਵੈ ਕਬਹੂ, ਤਿੰਨ ਸਭ ਜਨਮ ਅਕਾਥਾ। ਤਿੰਨ ਸਾਧੂ ਚਰਨ ਨਾ ਸੇਵੈ ਕਬਹੂ, ਤਿੰਨ ਸਭ ਜਨਮ ਅਕਾਥਾ। ਸਾਧੂ ਕਹਿੰਦੇ ਨੇ ਗੁਰੂ ਨੂੰ ਅਕਾਥਾ ਨਿਫਲ ਅਕਾਰਥ। ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ। ਉਹਨਾਂ ਦਾ ਸਾਰਾ ਜੀਵਨ ਸਾਧ ਸੰਗਤ ਜੀ ਵਿਅਰਥ ਚਲਾ ਜਾਂਦਾ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੈ, ਤਿਨ ਸਫਲਿਓ ਜਨਮ ਸਨਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੈ, ਤਿਨ ਸਫਲਿਓ ਜਨਮ ਸਨਾਥਾ। ਪੱਗ ਕਹਿੰਦੇ ਨੇ ਪੈਰ ਨੂੰ, ਚਰਨ ਪੱਗ ਪੈਰ, ਚਰਨ ਸਫਲਿਓ ਕਾਮਯਾਬ, ਸਨਾਥਾ ਖਸਮ ਵਾਲੇ। ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਚਰਨਾਂ ਦੀ ਓਟ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ। ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜੰਗਨਾਥਾ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਾਥਾ। ਮੋਹ ਕੋ ਤੋਂ ਭਾਵ ਮੈਨੂੰ, ਕੀਜੇ ਬਣਾ ਲੈ ਜੰਗਨਾਥਾ। ਹੈ ਜਗਤ ਦੇ ਨਾਥ, ਹੇ ਹਰੀ, ਹੇ ਜਗਤ ਦੇ ਨਾਥ, ਮੇਰੇ ਉੱਤੇ ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਹਮ ਅੰਧੁਲੇ ਗਿਆਨਹੀਨ ਆਗਿਆਨੀ, ਕਿਉ ਚਾਲੈ ਮਾਰਗ ਪੰਥਾ। ਹਮ ਅੰਧੁਲੇ ਗਿਆਨਹੀਨ ਆਗਿਆਨੀ,
ਕਿਉਂ ਚਾਲੈ ਮਾਰਗ ਪੰਥਾ, ਕਿਉਂ ਤੋਂ ਭਾਵ ਕਿਵ ਚੱਲ ਹੈ ਚੱਲੀਏ, ਅਸੀਂ ਚੱਲੀਏ ਮਾਰਗ ਰਸਤੇ ਉੱਤੇ, ਪੰਥਾ ਰਸਤੇ ਦੇ ਉੱਤੇ। ਹੇ ਗੁਰੂ, ਅਸੀਂ ਮਾਇਆ ਵਿੱਚ ਅੰਨੇ ਹੋ ਰਹੇ ਹਾਂ। ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ, ਅਸੀਂ ਤੇਰੇ ਦੱਸੇ ਹੋਏ ਮਾਰਗ ਉੱਤੇ ਤੁਰ ਨਹੀਂ ਸਕਦੇ, ਤੇਰੇ ਦੱਸੇ ਹੋਏ ਜੀਵਨ ਰਾਹ ਦੇ ਉੱਤੇ ਤੁਰ ਨਹੀਂ ਸਕਦੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ। ਗੁਰ ਗੁਰੂ ਨੇ ਅੰਚਲ ਪੱਲਾ ਮਿਲੰਥਾ ਮਿਲ ਕੇ। ਨਾਨਕ ਦਾਸ ਆਖਦਾ ਹੈ ਕਿ ਹੇ ਗੁਰੂ, ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਦੇ ਉੱਤੇ ਤੁਰ ਸਕੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਅਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ। ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।